ਦਾ ਨਾਤਾ ਲੈ ਲਵੇਗਾ। ਉਹਨਾਂ ਨੇ ਤੇ ਆਪਣੇ ਪੁੱਤਰ ਨੂੰ ਵਿਆਹਣਾ ਕੀਤਾ ਤੇ ਵਿਆਹਿਆ ਵੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਹੈ। ਬੜਾ ਸਾਰਾ ਧਨ ਖਰਚ ਕਰਨਾ ਕੀਤਾ। ਇਤਨਾ ਧਨ ਤੇ ਅੱਜ ਤੱਕ ਰਾਜੇ ਮਹਾਰਾਜਿਆਂ ਨੇ ਨਹੀਂ ਵੀ ਕੀਤਾ ਜਿਤਨਾ ਧਨ ਅਰਜਨ ਦੇਵ ਨੇ ਆਪਣੇ ਪੁੱਤਰ ਦੀ ਸ਼ਾਦੀ ਤੇ ਖਰਚ ਕਰਨਾ ਕੀਤਾ ਹੈ। ਹੁਣ ਦੱਸਣ ਵਾਲੇ ਨੇ ਬੜੀ ਸਾਰੀ ਗੱਲ ਬਣਾ ਕਰਕੇ ਦੀਵਾਨ ਚੰਦੂ ਨੂੰ ਇਹ ਖਬਰ ਦੇਣਾ ਕੀਤੀ। ਜਿੱਥੇ ਪਹਿਲੋਂ ਦੁਖੀ ਸੀ ਨਾ ਦੀਵਾਨ ਚੰਦੂ, ਤੇ ਜਦੋਂ ਇਹ ਸਾਰੀ ਕਹਾਣੀ ਸੁਣੀ ਤੇ ਹੋਰ ਦੁਖੀ ਹੋ ਗਿਆ। ਇਹ ਆਪਣੇ ਬੁੱਲ ਟੁੱਕਦਾ ਪਰ ਇਹਦੀ ਬੱਸ ਨਹੀਂ ਜਾਂਦੀ, ਇਹਦੀ ਬਾਹ ਨਹੀਂ ਜਾਂਦੇ ਤੇ ਮਨ ਹੀ ਮਨ ਦੇ ਵਿੱਚ ਸੋਚਦਾ ਹੈ ਕਿ ਬਣਾ ਹੁਣ ਇਸ ਤੋਂ ਅੱਗੇ ਕੀ ਕੀਤਾ ਜਾਏਗਾ। ਸੁਲਹੀ ਖਾਨ ਤੇ ਮਾਰਿਆ ਗਿਆ, ਹੁਣ ਕਿਹਦਾ ਆਸਰਾ ਨਾਲ ਲੈਣਾ ਪਵੇਗਾ। ਸੁਣਤ ਮਨੋਕਨ ਵਰਸ਼ੀ ਬਾਰੀ ਮੁਖ ਸ਼ਾਦ ਪੌੜੋ ਤਿਸ ਬਾਰੀ। ਕਿ ਜਿਵੇਂ ਜਿਵੇਂ ਗੱਲਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦੀਆਂ ਸੁਣਦਾ ਨਾ, ਇਹਦੇ ਹਿਰਦੇ ਉੱਤੇ ਐਂ ਹੁੰਦਾ ਜਿਵੇਂ ਕਿ ਬੜੀ ਤੇਜ਼ ਤਰਾਰ ਕੋਈ ਵਰਸ਼ੀ ਮਾਰਦਾ ਹੈ, ਜਿਵੇਂ ਕਿ ਜ਼ਖਮਾਂ ਦੇ ਉੱਤੇ ਕੋਈ ਨੂਰ ਭੁੱਕਦਾ ਹੈ। ਇਤਨਾ ਵੱਡਾ ਦੁੱਖ ਦੀਵਾਨ ਚੰਦੂ ਨੂੰ ਲੱਗਦਾ ਹੈ। ਜਿਵੇਂ ਜਿਵੇਂ ਕੋਈ ਆ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦੀਆਂ ਗੱਲਾਂ ਸੁਣਾਉਂਦਾ ਹੈ ਜਾਂ ਸਿੱਖ ਸਲਾਨ ਕਰਦਾ ਹੈ, ਦੀਵਾਨ ਚੰਦੂ ਬੜਾ ਗੁੱਸੇ ਵਿੱਚ ਆਉਂਦਾ ਹੈ, ਬੜਾ ਪਛਤਾਉਂਦਾ ਹੈ। ਇਤਨਾ ਵੱਡਾ ਇਸ ਨੂੰ ਦੁੱਖ ਹੁੰਦਾ ਹੈ ਜਿਵੇਂ ਕਿ ਇਹਦੇ ਹਿਰਦੇ ਉੱਤੇ ਬੜੀ ਤਿੱਖੀ ਤੇਜ਼ ਤਰਾਰ ਵਰਸ਼ੀ ਕਿਸੇ ਨੇ ਮਾਰਨਾ ਕੀਤੀ ਤੇ ਇਹ ਮੂੰਹ ਬੰਦ ਕਰਕੇ ਤੇ ਇੱਕ ਵਾਰ ਆਪਣੇ ਪਲਕੇ ਤੇ ਲੇਟ ਗਿਆ। ਬੜਾ ਵੱਡਾ ਦੁੱਖ ਹੋਇਆ ਦੀਵਾਨ ਚੰਦੂ ਨੂੰ ਇਹ ਸਾਰੀਆਂ ਗੱਲਾਂ ਸੁਣ ਕੇ ਕਿ ਮੰਜੇ ਉੱਤੇ ਲੇਟ ਗਿਆ ਤੇ ਆਪਣੀ ਮਨ ਦੇ ਵਿੱਚ ਇਹ ਸੋਚਣ ਲੱਗਿਆ ਕਿ ਮਨਾ ਕਿ ਹੁਣ ਸਾਰੀ ਉਮਰ ਮੇਰੀ ਧੀ ਜਿਹੜੀ ਹੈ ਕੁਮਾਰੀ ਰਹੇਗੀ ਤੇ ਜਿੰਨਾ ਚਿਰ ਮੈਂ ਜਿਉਂਦਾ ਰਹਾਂਗਾ ਆਪਣੀ ਧੀ ਨੂੰ ਦੇਖ ਦੇਖ ਕੇ ਬੜਾ ਸ਼ਰਮਿੰਦਾ ਹੋਵਾਂਗਾ। ਕਾਹਦੇ ਵਾਸਤੇ ਮੈਂ ਇਹ ਗੱਲ ਕਹਿਣੀ ਸੀ ਕਿ ਚੁਬਾਰੇ ਦੀ ਇਹ ਟੰਗੂਰੀ ਵਿੱਚ ਲਗਾ ਕਰਕੇ ਆਉਣਾ ਕੀਤੀ ਹੈ। ਆਪਣੀ ਕੀਤੀ ਹੋਈ ਗੱਲ ਤੇ ਵੀ ਬੜਾ ਪਛਤਾਉਂਦਾ ਹੈ, ਝੂਰਦਾ ਹੈ ਤੇ ਬੜਾ ਵੱਡਾ ਦੁੱਖ ਵੀ ਮਨਾਉਂਦਾ ਹੈ ਤੇ ਆਪਣੇ ਆਪ ਨੂੰ ਕਹਿੰਦਾ ਕਿ ਮਨਾ ਕਾਹਦੇ ਵਾਸਤੇ ਗੱਲ ਕਹਿਣੀ ਸੀ। ਜੇ ਇਹ ਗੱਲ ਨਾ ਕਹਿੰਦੇ ਤੇ ਇਹ ਕੰਮ ਨਾ ਹੁੰਦਾ। ਹੁਣ ਬੜਾ ਗਲਤ ਕੰਮ ਹੋ ਗਿਆ। ਨਾਤਾ ਹਟਣ ਨਹੀਂ ਕੋਈ ਮੁਸ਼ਕਲਿਆਂ ਹੋਈ ਕੋ ਕੋਈ। ਮਨ ਦੇ ਵਿੱਚ ਵਾਰੀ ਵਾਰੀ ਇਹੀ ਗੱਲਾਂ ਵਿਚਾਰਦਾ ਸੀ ਕਿ ਹੁਣ ਮੇਰੀ ਧੀ ਦਾ ਨਾਤਾ ਕੋਈ ਨਹੀਂ ਰਹੇਗਾ ਤੇ ਸਾਰੇ ਉਮਰਾਂ ਘਰ ਦੇ ਵਿੱਚ ਕੁਆਰੀ ਰਹੇਗੀ ਤੇ ਮੈਂ ਸਦਾ ਹੀ ਦੁੱਖ ਭੋਗਦਾ ਰਹਾਂਗਾ। ਤਿੰਗ ਜੀਵਨ ਮੇਰੋ ਜਗ ਮਾਹੀ ਜਿਸ ਦਰੀਆਂ ਪਰ ਪ੍ਰਾਪਤ ਨਾਹੀ। ਕਿ ਮੇਰਾ ਵੀ ਇਸ ਸੰਸਾਰ ਦੇ ਵਿੱਚ ਜਿਉਣਾ ਤ੍ਰਿਕਾਰ ਹੈ ਜਿਹਦੇ ਕਿ ਧੀ ਪਤਨੀ ਤੋਂ ਬਗੈਰ ਇਹ ਸੰਸਾਰ ਵਿੱਚ ਰਹਿਣਾ ਕਰੇ। ਦੀਵਾਨ ਚੰਦੂ ਹੁਣ ਆਪਣੇ ਮਨ ਦੇ ਵਿੱਚ ਸੋਚਦਾ ਹੋਇਆ, ਜਿੱਥੇ ਆਪਣੇ ਆਪ ਨੂੰ ਕਹਿੰਦਾ ਸੀ ਉੱਥੇ ਕਹਿੰਦਾ ਸੀ ਮਨਾ ਮੇਰਾ ਜਿਉਣਾ ਤ੍ਰਿਕਾਰ ਹੈ। ਜਿਹੜੇ ਕਿ ਮੇਰੀ ਧੀ ਨੂੰ ਕੋਈ ਪਤੀ ਨਹੀਂ ਮਿਲੇਗਾ ਇਸ ਸੰਸਾਰ ਦੇ ਵਿੱਚ। ਆਪਣੇ ਮਨ ਦੇ ਵਿੱਚ ਇਹ ਵਿਚਾਰਦਾ ਹੈ ਕਿ ਸੁਲਹੀ ਖਾਨ ਤੋਂ ਮੇਰਾ ਦੁਸ਼ਮਣ ਮਾਰਿਆ ਨਹੀਂ ਗਿਆ ਤੇ ਆਪ ਹੀ ਪਹਿਲੋਂ ਮਰ ਗਿਆ ਤੇ ਮੇਰੇ ਵਿੱਚ ਵੀ ਇਤਨੀ ਹਾਲੇ ਤੱਕ ਨਾ ਪੈਣਾ ਕੀਤੀ ਕਿ ਅਰਜਨ ਦੇਵ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਰਵਾ ਦਿੱਤਾ ਜਾਏ ਜਾਂ ਫਿਰ ਆਪਣੀ ਧੀ ਦਾ ਨਾਤਾ ਉਹਦੇ ਸਾਹਿਬਜ਼ਾਦੇ ਵਾਸਤੇ ਪ੍ਰਵਾਨ ਕਰਵਾਇਆ ਜਾਏ। ਸ਼ਾਹੋ ਦੀਵਾਨ ਹੁਕਮ ਮਨ ਚਲੇ ਲੋਕ ਹਜ਼ਾਰੋਂ ਦੁੱਖ ਮਿਲੇ। ਕਿ ਮੈਂ ਬਾਦਸ਼ਾਹ ਦਾ ਦੀਵਾਨ ਹੋਵਾਂ ਤੇ ਹਜ਼ਾਰਾਂ ਲੋਕ ਮੇਰੀ ਸ਼ਾਦੀ ਭਰਦੇ ਹੋਣ, ਮੇਰੇ ਅੱਗੇ ਹਾਜੀ ਹਾਜੀ ਕਰਦੇ ਹੋਣ, ਮੇਰੇ ਚਰਨ ਪਰਸਦੇ ਹੋਣ, ਪਰ ਇਹਨਾਂ ਨੇ ਰਤਾ ਭਰ ਵੀ ਮੇਰੀ ਪਰਵਾਹ ਨਹੀਂ ਕੀਤੀ। ਦੀਵਾਨ ਚੰਦੂ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਬਾਦਸ਼ਾਹ ਦਾ ਦੀਵਾਨ, ਹਜ਼ਾਰਾਂ ਲੋਕ ਮੇਰੇ ਚਰਨਾਂ ਤੇ ਆ ਕਰਕੇ ਮੱਥਾ ਟੇਕਦੇ ਹੈ, ਮੇਰਾ ਹੁਕਮ ਮੰਨਦੇ ਹੈ, ਪਰ ਅਰਜਨ ਦੇਵ ਨੇ ਰਤਾ ਭਰ ਵੀ ਮੇਰਾ ਡਰ ਨਹੀਂ ਮੰਨਣਾ ਕੀਤਾ, ਪਰਵਾਹ ਨਹੀਂ ਕੀਤੇ। ਵਾਕਈ ਸਿਆਣਿਆਂ ਨੇ ਆ ਕਰਕੇ ਦੱਸਣਾ ਕੀਤਾ ਕਿ ਉਹ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦਾ, ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਹਜ਼ਾਰਾਂ ਹੀ ਲੋਕ ਉਹਨਾਂ ਦੇ ਪਾਸ ਆ ਕਰਕੇ ਧਨ ਚੜਾਉਂਦੇ ਐ ਤੇ ਬੜਾ ਸਾਰਾ ਉਹ ਧਨੀ ਹੋ ਗਿਆ। ਇਸ ਵਾਸਤੇ ਉਹ ਪਰਵਾਹ ਨਹੀਂ ਕਰਦਾ। ਮੈਂ ਵੀ
ਹਾਲੇ तक ਉਹਦਾ ਕੋਈ ਪ੍ਰਬੰਧ नहीं कर सकिया। भावें मैं दीवान हाँ, इतनी वड्डी उच्च पदवी है, पर फिर भी मेरे तो हाले तक ਉਹਦਾ कोई प्रबंध ही नहीं होया। ਧ੍ਰਿਗ मेरा इस संसार से जिउਣਾ कि बादशाह का दीवान होवा ते इहो ਜਿਹੇ फकीर लोग सानू चढ़ा चढ़ा के ते काम करन, फिर ਇਹਦੇ ਵਿੱਚ ਜਿਉਣ वाली कोई हद नहीं रह गई। प्रीथिया भ्रात वडेर हुआ है, कोठे ग्राम सुनो सो रहे। ते प्रीथिया ਉਹਦਾ ਵੱਡਾ ਭਰਾ है ਜਿਹੜਾ कि कोठे गुरु के रहना करता है। ਉਹਦੇ ਪਿੰਡ ਵਿੱਚ ਜਦੋਂ ਲਿਖਾਉਣਾ ਕੀਤਾ ਸੀ कि ਜ਼ਮੀਨ ਦਾ ਪਟਾ ਵੀ ਲਿਖਾ ਕਰਕੇ ਮੈਂ ਹੀ ਦੇਣਾ ਕੀਤਾ ਸੀ। ਹੁਣ ਇਹ ਪ੍ਰਿਥੀ ਚੰਦ ਦੀ ਗੱਲ ਵਿਚਾਰਨ ਲੱਗ ਗਿਆ, ਜਿਵੇਂ ਪਿੰਡ ਲੈ ਕੇ ਦੇਣਾ ਕੀਤਾ ਸੀ, ਜਿਵੇਂ ਜ਼ਮੀਨ ਦਾ ਪਟਾ ਲੈ ਕਰਕੇ ਦੇਣਾ ਕੀਤਾ ਸੀ, ਤੇ ਆਪਣੇ ਮਨ ਦੇ ਵਿੱਚ ਵਿਚਾਰਦਾ ਹੈ ਕਿ ਹੁਣ ਹੱਥ ਕੰਡੇ ਇਹ ਵਰਤਦੇ ਆ ਕਿ ਵਿਉਂਤਬੰਦੀ ਇੱਦਾਂ ਦੀ ਬਣਾਈਏ ਕਿ ਉਹਦੇ ਭਰਾ ਨੂੰ ਡਰਾਉਣਾ ਕਰੀਏ, ਜੇ ਭਲਾ ਆਪਣਾ ਕਾਰਜ ਜਿਹੜਾ ਸਿੱਧਾ ਹੋ ਜਾਏ। ਆਪਣੇ ਮਨ ਦੇ ਵਿੱਚ ਵਿਚਾਰਦਾ ਹੈ ਇਸ ਕੋ ਤਰਾਸਦ ਲਿਖੋ ਹਮ ਅਵੈ, ਕਿ ਪ੍ਰਿਥੀ ਚੰਦ ਨੂੰ ਡਰਾਉਣ ਵਾਸਤੇ ਆਪਾਂ ਪੱਤਰਕਾ ਲਿਖਦੇ ਆ, ਤੇ ਪ੍ਰਿਥੀ ਚੰਦ ਡਰ ਕੇ ਆਪੇ ਹੀ ਸਾਡੇ ਸਾਥ ਵਿੱਚ ਰਲੇਗਾ ਤੇ ਫਿਰ ਕਹਾਣੀ ਸਿੱਧੀ ਹੋ ਜਾਏਗੀ। ਕਿਉਂਕਿ ਦੀਵਾਨ ਚੰਦੂ ਵਰਗੇ ਇਹ ਸਾਰੀਆਂ ਗੱਲਾਂ ਜਾਣਦੇ ਸੀ। ਅਨੁਜ ਆਪਣੇ ਕੋ ਸਮਝਾਵੇ, ਨਾਇਕ ਕੋਠਾ ਗ੍ਰਾਮ ਸੁਣਾਵੇ। ਕਹਿੰਦਾ ਕਿ ਮੈਂ ਚਿੱਠੀ ਵਿੱਚ ਹੀ ਲਿਖਦਾ ਕਿ ਪ੍ਰਿਥੀ ਚੰਦ ਸਿਆਣਾ ਬਣ, ਜਾਂ ਤੇ ਆਪਣੇ ਛੋਟੇ ਭਰਾ ਨੂੰ ਸਮਝਾ ਲੈ, ਨਹੀਂ ਤਾਂ ਇਸ ਨਗਰੀ ਵਿੱਚੋਂ ਤੈਨੂੰ ਨਿਕਲਣਾ ਪਵੇਗਾ। ਤੇ ਨਾਲ ਇਸਨੇ ਲਾਲਚ ਵੀ ਦੇਣਾ ਕੀਤਾ। ਕਹਿਣ ਲੱਗਾ ਜੇ ਤੂੰ ਆਪਣੇ ਛੋਟੇ ਭਰਾ ਨੂੰ ਬਣਾ ਲਵੇਂਗਾ ਤੇ ਤੈਨੂੰ ਇਸ ਨਗਰ ਦੇ ਵਿੱਚ ਖੂਹ ਵੀ ਲਵਾ ਦੇਵਾਂਗਾ ਪਾਣੀ ਵਾਸਤੇ। ਅਤੇ ਦੂਸਰੀ ਗੱਲ ਇਹ ਕਿ ਜੇ ਨਹੀਂ ਸਮਝੋਗੇ ਤੇ ਫਿਰ ਤੁਹਾਨੂੰ ਕਰਵਾ ਦਿੱਤਾ ਜਾਏਗਾ। ਨਿਰਭੈ ਕੀਨ ਅਨਾਦਰ ਗੋਰਾ, ਐਸੋ ਕਠੋਰ ਵਿਵਰ ਕੋ ਗੋਰਾ। ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੇਰਾ ਛੋਟਾ ਭਰਾ ਇਤਨਾ ਨਿਰਭੈ ਹੋ ਗਿਆ, ਜਿਹਨੇ ਕਿ ਬਾਦਸ਼ਾਹ ਦੀ ਦੀਵਾਨ ਦਾ ਬੜਾ ਸਾਰਾ ਅਨਾਦਰ ਕੀਤਾ ਹੈ, ਬੇਇੱਜ਼ਤੀ ਕੀਤੀ ਹੈ। ਕਹਿਣ ਦਾ ਭਾਵ ਕਿ ਮੇਰੀ ਲੜਕੀ ਦਾ ਨਾਤਾ ਮੋੜਨਾ ਕੀਤਾ ਹੈ। ਮੈਂ ਬੜੇ ਸਾਰੇ ਤਰਲੇ ਲਏ, ਪਰ ਕੋਈ ਵੀ ਤਰਲਾ ਤੇਰੇ ਛੋਟੇ ਭਰਾ ਨੇ ਮੇਰਾ ਮੰਨਣਾ ਨਹੀਂ ਕੀਤਾ। ਇਸ ਵਾਸਤੇ ਮੈਂ ਇਹ ਚਿੱਠੀ ਤੁਹਾਨੂੰ ਲਿਖਣਾ ਕੀਤੀ ਹੈ ਕਿ ਇਹਨੂੰ ਕਿਵੇਂ ਨਾ ਕਿਵੇਂ ਸਮਝਾਣਾ ਕਰੋ। ਨਾਤਾ ਮੋਰ ਸੁਤਾਨੈ ਮੂਲ, ਜਾਂਦੇ ਕਹੋ ਨਹੋਰ ਨਹੋਰ। ਇਹ ਕਹਿਣ ਲੱਗਾ ਜਾਂ ਫਿਰ ਤੁਸੀਂ ਆਪਣੇ ਭਰਾ ਨੂੰ ਮਨਾਣਾ ਕਰੋ ਕਿ ਮੇਰੀ ਧੀ ਦਾ ਨਾਤਾ ਜਿਹੜਾ ਰਿਸ਼ਤਾ ਜਿਹੜਾ ਉਹ ਪ੍ਰਵਾਨ ਕਰ ਲਵੇ ਆਪਣੇ ਸਾਹਿਬਜ਼ਾਦੇ ਵਾਸਤੇ, ਤੇ ਫਿਰ ਤੇ ਗੱਲ ਹੈ ਚੰਗੀ। ਨਹੀਂ ਤਾਂ ਫਿਰ ਦੇਖ ਲਓ ਬਾਦਸ਼ਾਹੀ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਹ ਤਿਆਰ ਗਲੇ ਕਰਮਟ ਪਾਤੀ, ਇਸ ਦਿਨ ਦੁੱਖ ਦੇ ਸੁਲਗ ਦਿਸ਼ਾਤੀ। ਚਿੱਠੀ ਦੇ ਵਿੱਚ ਇਸਨੇ ਬਹੁਤ ਸਾਰੀਆਂ ਗੱਲਾਂ ਲਿਖੀਆਂ ਤੇ ਆਖਰ ਵਿੱਚ ਇਸਨੇ ਲਿਖਣਾ ਕੀਤਾ ਕਿ ਪ੍ਰਿਥੀ ਚੰਦ, ਜਦੋਂ ਮੈਂ ਆਪਣੀ ਕੁਮਾਰੀ ਧੀ ਨੂੰ ਘਰ ਦੇ ਵਿੱਚ ਦੇਖਦਾ ਤੇ ਮੇਰੀ ਛਾਤੀ ਧੁਖਦੀ ਹੈ, ਬੜੇ ਸਾਰੇ ਗੁੱਸੇ ਆਉਂਦੇ ਹੈ, ਪਰ ਹਾਲੇ ਅਸੀਂ ਚਾਹੁੰਦੇ ਹਾਂ ਕਿ ਅਰਜਨ ਦੇਵ ਹਾਲੇ ਵੀ ਮੰਨ ਜਾਏ, ਇਹਦੇ ਵਿੱਚ ਕੋਈ ਵਿਗਾੜ ਵਾਲੀ ਗੱਲ ਨਹੀਂ। ਪਰ ਜੇ ਨਹੀਂ ਮੰਨੇਗਾ ਤੇ ਫਿਰ ਮੈਨੂੰ ਕੋਈ ਨਾ ਕੋਈ ਕਦਮ ਚੁੱਕਣੇ ਪੈਣਗੇ। ਤੈਨੂੰ ਵੀ ਸਜ਼ਾਵਾਂ ਦਿੱਤੀਆਂ ਜਾਣਗੀਆਂ ਕਿ ਤੇਰੇ ਭਰਾ ਨੂੰ ਤੇ ਸਜ਼ਾਵਾਂ ਦੇਣੀਆਂ ਹੀ ਦੇਣੀਆਂ, ਪਰ ਤੁਸੀਂ ਵੀ ਸਜ਼ਾ ਭੁਗਤਣ ਵਾਸਤੇ ਤਿਆਰ ਹੋ ਜਾਓ। ਪ੍ਰਿਥਿਆ ਬੈਠੋ ਜਾਏ ਨਿਹਾਰੋ, ਉਤੋਂ ਪਤਰ ਤੇ ਆਗੇ ਡਾਰੋ। ਕਿ ਇਸ ਨੇ ਆਪਣੇ ਇੱਕ ਬੰਦੇ ਨੂੰ ਇਹ ਪੱਤਰਕਾ ਦੇਣਾ ਕੀਤੇ ਤੇ ਦੱਸਣਾ ਕੀਤਾ ਕਿ ਜਾਓ ਕੋਠੇ ਨਗਰ ਦੇ ਵਿੱਚ ਪ੍ਰਿਥੀ ਚੰਦ ਬੈਠਾ ਹੋਇਆ, ਉਹਦੇ ਸਾਹਮਣੇ ਜਾ ਕਰਕੇ ਇਹ ਚਿੱਠੀ ਦੇਣਾ ਕਰੋ। ਤੇ ਵੈਸੇ ਵੀ ਤੁਸੀਂ ਉਸ ਨੂੰ ਮੇਰੇ ਵੱਲੋਂ ਇਹ ਸੁਨੇਹਾ ਦੇਣਾ ਕਰੋ। ਹੁਣ ਇਹ ਆਦਮੀ ਚਿੱਠੀ ਲੈ ਕੇ ਪਹੁੰਚਿਆ ਕੋਠੇ ਪਿੰਡ ਤੇ ਆ ਕਰਕੇ ਨਮਸਕਾਰ ਕਰਕੇ ਤੇ ਇਹ ਚਿੱਠੀ ਪ੍ਰਿਥੀ ਚੰਦ ਨੂੰ ਦੇਣਾ ਕੀਤੀ ਹੈ। ਅਤੇ ਇਸ ਚਿੱਠੀ ਨੂੰ ਜਦੋਂ ਇਸਨੇ ਪੜ੍ਹਿਆ ਕਿ ਦੀਵਾਨ ਚੰਦੂ ਦੀ ਚਿੱਠੀ ਹੈ, ਇਹ ਖੁਸ਼ ਵੀ ਹੋਇਆ ਤੇ ਉਸ ਤੋਂ ਬਾਅਦ ਇਹਨੂੰ ਦੁੱਖ ਵੀ ਬੜਾ ਵੱਡਾ ਲੱਗਾ। ਖੁਸ਼ੀ ਤਾਂ ਇਹਨੂੰ ਇਹ ਸੀ ਕਿ ਬਈ ਜਿਹਦੇ ਨਾਲ ਮੈਂ ਮੇਲ ਮਿਲਾਪ ਕਰਨਾ ਚਾਹੁੰਦਾ, ਆਪਣੇ ਆਪ ਹੀ ਉਹਦੀ ਚਿੱਠੀ ਆ ਗਈ, ਹੁਣ ਗੱਲ ਬਣ ਜਾਏਗੀ। ਪਰ ਜਦੋਂ ਅੱਗੇ ਵਾਲੀਆਂ ਗੱਲਾਂ ਪੜ੍ਹੀਆਂ ਨਾ ਕਿ ਜੇ ਤੁਸੀਂ
ਉਹਨੂੰ ਨਹੀਂ ਸਮਝਾਓਗੇ ਤੇ ਤੁਸੀਂ ਵੀ ਸਜ਼ਾ ਵਾਸਤੇ ਤਿਆਰ ਹੋ ਜਾਓ। ਫਿਰ ਇਸਨੇ ਦੁੱਖ ਬਣਾਣਾ ਕੀਤਾ ਕਿ ਜਾਪਦਾ ਹੈ ਇਹ ਕਹਾਣੀ ਪੁੱਠੀ ਹੁੰਦੀ ਜਾਏਗੀ। ਤੁਮ ਕਹਿ ਬੈਠ ਰਹੇ ਸੁਖ ਮਾਨੇ ਸ਼ਾਹ ਦੀਵਾਨ ਬੈਲ ਉਠਾਨੇ। ਤੇ ਅੱਗੇ ਇਹ ਲਿਖਣਾ ਕੀਤਾ ਹੋਇਆ ਸੀ ਕਿ ਪ੍ਰਿਥੀ ਚੰਦ ਜੀ ਤੁਸੀਂ ਕਿਵੇਂ ਕੋਠੇ ਪਿੰਡ ਵਿੱਚ ਬੈਠ ਕਰਕੇ ਸੁਖ ਮਨਾ ਕੇ ਬੈਠੇ ਹੋ। ਇੱਕ ਪਾਸੇ ਤੇ ਤੁਸੀਂ ਬਾਦਸ਼ਾਹ ਦੀ ਦੀਵਾਨ ਦੇ ਨਾਲ ਵੈਰ ਵਿੱਢਿਆ ਹੋਇਆ ਹੈ ਤੇ ਦੂਸਰੇ ਪਾਸੇ ਤੁਸੀਂ ਬੜੇ ਆਨੰਦ ਦੇ ਨਾਲ ਸਾਡੇ ਦਿੱਤੇ ਹੋਏ ਪਿੰਡ ਵਿੱਚੋਂ ਰਹਿ ਰਹੇ ਹੋ। ਜੇ ਤੁਸੀਂ ਜੀਵਨ ਚਾਹੁੰਦੇ ਹੋ ਤੇ ਇਸ ਪਾਸੇ ਵੱਲ ਖਿਆਲ ਕਰੋ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਮੇਰਾ ਹੁਕਮ ਚੱਲਦਾ ਹੈ, ਸਾਰੇ ਦੇਸ਼ ਵਿੱਚ ਮੇਰਾ ਹੁਕਮ ਚੱਲਦਾ ਹੈ। ਫਿਰ ਤੁਹਾਨੂੰ ਪਤਾ ਹੀ ਹੈ ਜਿਹੜੀ ਕਹਾਣੀ ਫਿਰ ਅੱਗੇ ਹੋਏਗੀ। ਜੇ ਤੇ ਤੁਸੀਂ ਇਸ ਗੱਲ ਨੂੰ ਪ੍ਰਵਾਨ ਕਰ ਲਵੋ ਤੇ ਚੰਗੀ ਗੱਲ ਹੈ, ਨਹੀਂ ਤਾਂ ਫਿਰ ਤੁਸੀਂ ਜਾਣਦੇ ਹੋ ਕਿ ਮੇਰਾ ਹੁਕਮ ਸਾਰੇ ਸੰਸਾਰ ਵਿੱਚ ਚੱਲਦਾ ਹੈ। ਬਾਦਸ਼ਾਹ ਦਾ ਮੈਂ ਦੀਵਾਨ ਆ, ਜੋ ਮੇਰੀ ਮਰਜ਼ੀ ਹੋਏਗੀ ਉਹੀ ਕੁਛ ਤੁਹਾਡੇ ਨਾਲ ਕਰਾਂਗਾ। ਸਭ ਤੋਂ ਕਿਮਨ ਚਿੰਤਾ ਹਟ ਕਰਕੇ ਝੋਰੀ ਮੈਂ ਬਗਤਾਪੁਰ ਧਰ ਕੇ। ਕਿ ਤੁਸੀਂ ਨਿਸ਼ਚਿੰਤ ਹੋ ਕਰਕੇ ਰਹਿੰਦੇ ਹੋ, ਜੇ ਨਿਸ਼ਚਿੰਤ ਹੋ ਕਰਕੇ ਸੌਂਦੇ ਹੋ ਕਿ ਝੋਰੀ ਵਿੱਚ ਸੱਪ ਪਾ ਕੇ ਤੇ ਤੁਹਾਨੂੰ ਸੁੱਖ ਦੀ ਨੀਂਦ ਕਿਵੇਂ ਆ ਜਾਂਦੀ ਹੈ। ਝੋਰੀ ਵਿੱਚ ਸੱਪ ਪਾ ਕੇ ਤੇ ਤੁਹਾਨੂੰ ਸੁੱਖ ਦੀ ਨੀਂਦ ਕਿਵੇਂ ਆ ਜਾਂਦੀ ਹੈ ਕਿ ਇਤਨਾ ਵੱਡਾ ਵੈਰ ਬਾਦਸ਼ਾਹ ਦੇ ਦੀਵਾਨ ਨਾਲ ਪਾਇਆ ਹੋਇਆ ਤੇ ਫਿਰ ਤੁਸੀਂ ਉਸ ਬਾਦਸ਼ਾਹ ਦੇ ਦੇਸ਼ ਵਿੱਚ ਨਿਸ਼ਚਿੰਤ ਰਹਿੰਦੇ ਹੋ, ਸੁਖੀ ਰਹਿੰਦੇ ਹੋ। ਪਰ ਇਸ ਪਾਸੇ ਵੱਲ ਤੁਸਾਂ ਨੇ ਕਦੀ ਸੋਚਿਆ ਨਹੀਂ। ਹੁਣ ਤੱਕ ਤੇ ਮੈਂ ਦੇਖਿਆ ਕਿ ਸਬੰਧ ਜਿਹੜੇ ਬਣ ਜਾਣਗੇ, ਮੈਂ ਬੜਾ ਸਾਰਾ ਉਡੀਕਣਾ ਕੀਤਾ ਹੈ, ਪਰ ਜਾਪਦਾ ਕਿ ਹੁਣ ਤੁਸੀਂ ਸਮਝੋਗੇ ਨਹੀਂ। ਇਸ ਵਾਸਤੇ ਚੰਗੀ ਗੱਲ ਇਹ ਹੈ ਕਿ ਜਾਂ ਤਾਂ ਆਪਣੇ ਭਰਾ ਨੂੰ ਸਮਝਾ ਲਵੋ, ਨਹੀਂ ਤਾਂ ਫਿਰ ਮੈਂ ਬਾਦਸ਼ਾਹ ਸਲਾਮਤ ਨੂੰ ਕਹਿ ਕਰਕੇ ਦੋਨਾਂ ਭਰਾਵਾਂ ਨੂੰ ਕਿਸੇ ਕਿਲੇ ਦੇ ਵਿੱਚ ਕੈਦ ਕਰਵਾ ਦੇਵਾਂਗਾ ਤੇ ਵੱਡੀਆਂ ਤੋਂ ਵੱਡੀਆਂ ਸਜ਼ਾਵਾਂ ਦੇ ਦੇਵਾਂਗਾ। ਹੋਇਆ ਤੇ ਤੁਹਾਨੂੰ ਬਹੁਤ ਦੀ ਘਾਟ ਵੀ ਉਤਾਰ ਦਿੱਤਾ ਜਾਏਗਾ। ਕਿਸਕੇ ਬਲ ਅਲੰਬ ਕੋ ਲੀਏ ਬੈਠੇ ਬਿਨਾ ਦਾਸ ਕਰੀਏ। ਮੈਨੂੰ ਪ੍ਰਿਥੀ ਚੰਦ ਜੀ ਦੱਸਣਾ ਕਰੋ ਕਿ ਇੱਥੇ ਤੁਸੀਂ ਕਿਹਦੇ ਆਸਰੇ ਬੈਠੇ ਹੋ, ਕਿਹਨੇ ਤੁਹਾਨੂੰ ਆਸਰਾ ਦੇਣਾ ਕੀਤਾ ਹੈ। ਤੁਸੀਂ ਬਿਲਕੁਲ ਵੀ ਸਾਡਾ ਡਰ ਹਿਰਦੇ ਦੇ ਵਿੱਚ ਮੰਨਦੇ ਨਹੀਂ, ਬੇਪਰਵਾਹ ਹੋ ਕਰਕੇ ਬੈਠੇ ਹੋ। ਪਰ ਜਦੋਂ ਹੁਣ ਇਹ ਸਾਰਾ ਕੁਝ ਪੜ੍ਹਿਆ ਨਾ ਤੇ ਪ੍ਰਿਥੀ ਚੰਦ ਦਾ ਸਰੀਰ ਕੰਬ ਗਿਆ, ਡਰ ਗਿਆ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਜਾਪਦਾ ਕਿ ਦੀਵਾਨ ਚੰਦੂ ਨੂੰ ਇਹ ਪਤਾ ਨਹੀਂ ਕਿ ਮੈਂ ਆਪਣੇ ਛੋਟੇ ਭਰਾ ਦਾ ਦੁਸ਼ਮਣ ਬਣਿਆ ਬੈਠਾ, ਜਾਂ ਮੇਰੇ ਛੋਟੇ ਭਰਾ ਦੇ ਨਾਲ ਜਿਹੜੇ ਸਬੰਧ ਨੇ ਉਹ ਠੀਕ ਨਹੀਂ। ਕਿ ਇਹ ਵੀ ਹੱਲ ਹੋ ਜਾਏਗਾ ਕਿ ਪਹਿਲੋਂ ਦੀਵਾਨ ਚੰਦੂ ਨੂੰ ਦੱਸ ਦਿੱਤਾ ਜਾਏ ਕਿ ਦੀਵਾਨ ਚੰਦੂ ਜੀ ਮੈਂ ਤੇ ਆਪ ਉਹਦਾ ਦੁਸ਼ਮਣ ਆ, ਜੇ ਤੁਹਾਡਾ ਆਸਰਾ ਲੈਣਾ ਚਾਹੁੰਦਾ ਮੈਂ ਕਿਵੇਂ ਉਸ ਨੂੰ ਪਕੜਾ ਸਕਦਾ। ਹੁਣ ਇਹਨੇ ਆਪਣੇ ਮਨ ਦੇ ਵਿੱਚ ਇਹ ਸਾਰੀਆਂ ਗੱਲਾਂ ਵਿਚਾਰੀਆਂ ਦੀਵਾਨ ਚੰਦੂ ਦੇ ਨਾਲ ਆਸਰਾ ਲੈਣ ਵਾਸਤੇ। ਆਏ ਹੋਏ ਹਲਕਾਰੇ ਨੂੰ ਆਪਣੇ ਪਾਸ ਬਿਠਾ ਕੇ ਸਾਰੀ ਕਹਾਣੀ ਇਹਨੇ ਦੱਸਣਾ ਕੀਤੀ ਹੈ ਜਿਵੇਂ ਜਿਵੇਂ ਹੋਈ ਹੈ, ਤੇ ਨਾਲੇ ਇਸ ਆਏ ਹੋਏ ਹਲਕਾਰੇ ਦੀ ਬੜੀ ਸਾਰੀ ਸੇਵਾ ਕੀਤੀ ਤੇ ਜਾਣ ਲੱਗਿਆ ਬੜਾ ਸਾਰਾ ਧਨ ਦੇਣਾ ਕੀਤਾ ਕਿ ਕਿਵੇਂ ਨਾ ਕਿਵੇਂ ਦੀਵਾਨ ਚੰਦੂ ਦੇ ਨਾਲ ਮੇਰੀ ਮੁਲਾਕਾਤ ਕਰਵਾ ਦਿੱਤੀ ਜਾਏ, ਉਹਦੇ ਪਾਸ ਮੇਰੀ ਸ਼ੋਭਾ ਕੀਤੀ ਜਾਏ, ਜਿਹਦੇ ਨਾਲ ਕਿ ਮੈਨੂੰ ਕਿਸੇ ਤਰ੍ਹਾਂ ਦਾ ਖਤਰਾ ਨਾ ਹੋਵੇ ਤੇ ਮੇਰਾ ਜਿਹੜਾ ਕਾਰਜ ਹੈ ਉਹ ਵੀ ਸੌਟ ਜਾਏ ਤੇ ਮੈਨੂੰ ਗੁਰਤਾ ਗੰਦੀ ਵੀ ਪ੍ਰਾਪਤ ਹੋ ਜਾਏ। ਇਹ ਸਾਰੀਆਂ ਗੱਲਾਂ ਉਸ ਹਲਕਾਰੇ ਦੇ ਨਾਲ ਕੀਤੀਆਂ। ਹੁਣ ਅੱਜ ਇੱਥੇ ਸਮਾਪਤੀ ਹੈ, ਕੱਲ ਨੂੰ ਫੇਰ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨਗੇ। ਇਸ ਤੋਂ ਅੱਗੇ ਜਿਵੇਂ ਵੀ ਸਤਿਗੁਰਾਂ ਦਾ ਇਤਿਹਾਸ ਆਏਗਾ, ਜੇ ਸਤਿਗੁਰਾਂ ਦੀ ਰਹਿਮਤ ਹੋਏਗੀ ਤੇ ਕੱਲ ਆਪ ਲੋਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ ਜਾਏਗਾ। ਸੋ ਕਥਾ ਕਰਦਿਆਂ ਤੋਂ ਬੇਅੰਤ ਬੋਲਾਂ ਹੋਈਆਂ ਹੋਣਗੀਆਂ। ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਮਿਲਦਾ ਹੈ, ਉੱਥੇ ਆਪ ਰੱਬ ਵਰਗੀਆਂ ਲੋਕੀਆਂ ਸਿੱਖ ਸੰਗਤਾਂ ਜੁੜ ਬੈਠੇ ਹੋ। ਕਿਰਪਾ ਕਰਿਓ ਆਪਣੇ ਦਾਸਾਂ ਦੇ ਸਿਰ ਤੇ ਵੀ ਉੱਤੇ ਹੱਥ ਰੱਖਿਓ, ਤਾਂ ਕਿ ਤੁਸ਼ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਦੀ ਇਤਿਹਾਸਾਂ ਦੀ ਸੇਵਾ ਕਰਕੇ ਧੰਦਾਂ ਦੇ ਯੋਗ ਬਣ ਸਕੀਏ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਿ ਮਨ ਬਿਰਤੀ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ, ਪਵਿੱਤਰ ਇਤਿਹਾਸ
ਸੁਣ ਕਰਕੇ ਬੰਦ ਕਰਕੇ ਹਿਰਦੇ ਵਿੱਚ ਵਸਾ ਕੇ ਲਾਹੇ ਲੈ ਕੇ ਤਖਤਾਂ ਦੇ ਯੋਗ ਬਣਨਾ ਕੀਤਾ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਨਾਲ ਹੀ ਬਹੁਤ ਬਹੁਤ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਦੀਆਂ ਰਹਿਮਤਾਂ ਸਦਕਾ, ਜਿਨ੍ਹਾਂ ਦੀ ਕਿਰਪਾ ਸਦਕਾ ਸਤਿਗੁਰੂ ਜੀ ਮਹਾਰਾਜ ਦੇ ਪਵਿੱਤਰ ਇਤਿਹਾਸ ਆਪ ਜੀ ਦੇ ਨਾਲ ਸਾਂਝੇ ਕੀਤੇ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਣੇ ਦਾਸਾਂ ਦੇ ਸਿਰ ਤੇ ਵੀਰ ਤੇ ਹੱਥ ਰੱਖਣ, ਤਾਂ ਕਿ ਦੁਸ਼ ਬੁੱਧੀ ਅਨੁਸਾਰ ਸਤਿਗੁਰੂ ਜੀ ਮਹਾਰਾਜ ਦੇ ਪਵਿੱਤਰ ਇਤਿਹਾਸ ਆਪ ਜੀ ਦੇ ਨਾਲ ਸਾਂਝੇ ਕਰ ਸਕੀਏ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।